ਲੜੀਵਾਰ ਜੋੜਨ ਲਈ ਪਿਛਲਾ ਭਾਗ ਵੇਖੋ। ਕਿਉਂਕਿ ਸਾਰੀਆਂ ਔਰਤਾਂ ਆਪਣੇ ਪਤੀ ਤੋਂ ਬਿਨਾਂ ਜੀਵਨ ਬਤੀਤ ਕਰ ਰਹੀਆਂ ਸਨ। ਭਾਵੇਂ ਕਿ ਠਾਕਰਾਂ ਨੇ ਸਾਰੇ ਪਿੰਡ ਵਾਸੀਆਂ ਨੂੰ ਰਾਸ਼ਨ ਪਾਣੀ ਮੁਫਤ ਦਿੱਤਾ ਸੀ ਤਾਂ ਜੋ ਕਿਸੇ ਵੀ ਔਰਤ ਨੂੰ ਜਣੇਪੇ ਵਿੱਚ ਰਾਹਤ ਮਿਲ ਸਕੇ ਤੇ ਕੋਈ ਸਮੱਸਿਆ ਨਾ ਹੋਵੇ, ਪਰ ਘਰ ਵਿੱਚ ਸਭ ਕੁਝ ਹੋਣ ਦੇ ਬਾਵਜੂਦ ਉਹ ਉਦਾਸ ਰਹਿੰਦੀਆਂ ਸੀ ਕਿਉਂਕਿ ਪਤੀ ਤੋਂ ਬਿਨਾਂ ਉਹਨਾਂ ਦਾ ਕੋਈ ਮਹੱਤਵ ਨਹੀਂ ਸੀ। ਪਰ ਉਹ ਸਾਰੇ ਲੌਂਡੇਬਾਜ਼ ਨੂੰ ਇਸ ਤਰ੍ਹਾਂ ਛੱਡ ਕੇ ਗਏ ਕਿ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਆਖਰ ਉਹ ਸਮਾਂ ਆ ਗਿਆ ਜਿਸ ਦੀ ਠਾਕੁਰ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਸੁੰਦਰੀ ਤੇ ਪਿੰਡ ਦੀਆਂ ਬਾਕੀ ਔਰਤਾਂ ਖੂਹ ਤੋਂ ਪਾਣੀ ਭਰ ਰਹੀਆਂ ਸਨ। ਜਦੋਂ ਉਹਨਾਂ ਵਿੱਚੋਂ ਇੱਕ ਨੂੰ ਬਹੁਤ ਦਰਦ ਹੋਇਆ ਤੇ ਉਹ ਦਰਦ ਨਾਲ ਕੁਰਲਾਉਂਦੀ ਹੋਈ ਜ਼ਮੀਨ ਤੇ ਲੇਟ ਗਈ। ਸੁੰਦਰੀ ਨੇ ਕਿਹਾ, ਇਸ ਦਾ ਦਰਦ ਸ਼ੁਰੂ ਹੋ ਗਿਆ ਹੈ, ਆਓ ਇਸ ਨੂੰ ਜਲਦੀ ਚੁੱਕ ਕੇ ਘਰ ਲੈ ਚੱਲੀਏ, ਡਿਲੀਵਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਸਾਰੀਆਂ ਔਰਤਾਂ ਉਸ ਨੂੰ ਸਹਾਰਾ ਦੇ ਕੇ ਉਠਾਉਂਦੀਆਂ ਹਨ ਤੇ ਹੌਲੀ-ਹੌਲੀ ਉਸ ਦੇ ਨਾਲ ਅੱਗੇ ਵਧਦੀਆਂ ਹਨ। ਮੈਂ ਹੋਰ ਨਹੀਂ ਚੱਲ ਸਕਦੀ, ਉਸ ਔਰਤ ਨੇ ਦਰਦ ਵਿੱਚ ਕਿਹਾ। ਥੋੜੀ ਹਿੰਮਤ ਰੱਖ ਰਾਣੀ, ਘਰ ਤੱਕ ਚੱਲੋ, ਕਿਉਂਕਿ ਇਸ ਹਾਲਤ ਵਿੱਚ ਤੂੰ ਜਿੰਨਾ ਜ਼ਿਆਦਾ ਚੱਲੇਗੀ ਓਨਾ ਹੀ ਤੇਰੇ ਲਈ ਤੇ ਬੱਚੇ ਲਈ ਚੰਗਾ ਹੋਵੇਗਾ, ਸੁੰਦਰੀ ਨੇ ਸਮਝਾਇਆ। ਥੋੜੀ ਦੇਰ ਬਾਅਦ ਰਾਣੀ ਘਰ ਆਈ ਤਾਂ ਸਾਰਿਆਂ ਨੇ ਉਸ ਨੂੰ ਬੈੱਡ ਤੇ ਉਲਟਾਇਆ ਤੇ ਝੱਟ ਦਾਈ ਨੂੰ ਬੁਲਾ ਲਿਆ। ਦਾਈ ਰਾਣੀ ਨੂੰ ਚੰਗੀ ਤਰ੍ਹਾਂ ਦੇਖਦੀ ਤੇ ਕਹਿੰਦੀ ਹੈ, ਸਮਾਂ ਪੂਰਾ ਹੋ ਗਿਆ ਹੈ ਪਰ ਰੱਬ ਦੀ ਇੱਛਾ ਪੂਰੀ ਨਹੀਂ ਹੋ ਰਹੀ। ਰਾਣੀ ਦਰਦ ਨਾਲ ਚੀਕ ਰਹੀ ਸੀ। ਦੋ ਔਰਤਾਂ ਨੇ ਉਸ ਦੇ ਹੱਥ ਫਾੜੇ ਹੋਏ ਤੇ ਦਾਈ ਨੇ ਉਸ ਦੇ ਪੇਟ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ। ਫਿਰ ਰਾਣੀ ਨੇ ਇੱਕ ਜ਼ੋਰਦਾਰ ਚੀਕ ਮਾਰੀ ਤੇ ਦਾਈ ਵਧਾਈ ਹੋਵੇ, ਤੁਹਾਡੇ ਪੁੱਤਰ ਹੋਇਆ ਹੈ। ਰਾਣੀ ਦਰਦ ਵਿੱਚ ਬੋਲੀ, ਪੁੱਤਰ ਪੈਦਾ ਹੋਣ ਨਾਲੋਂ ਮੁਰਦਾ ਬੱਚਾ ਹੋਣਾ ਚੰਗਾ ਹੁੰਦਾ। ਘੱਟੋ ਘੱਟ ਮੈਂ ਤਾਂ ਸਬਰ ਕਰ ਲੈਂਦੀ ਕਿ ਮੇਰਾ ਬੱਚਾ ਮਰ ਗਿਆ ਹੈ, ਪਰ ਹੁਣ ਇਸ ਬੱਚੇ ਦੀ ਜ਼ਿੰਦਗੀ ਬੱਤਰ ਤੋਂ ਬੁਰੀ ਹੋ ਜਾਵੇਗੀ। ਉਹ ਭੂਤ ਉਸ ਨੂੰ ਲੈ ਜਾਵੇਗਾ ਮੇਰੇ ਤੋਂ ਤੇ ਫਿਰ ਇਸ ਨੂੰ ਵੇਚ ਦੇਣਗੇ ਕਿਸੇ ਹੋਰ ਰਾਣੀ ਘਰ। ਪੁੱਤਰ ਬੇਟੇ ਨੇ ਜਨਮ ਕੀ ਲਿਆ, ਦੇਖਦੇ ਹੀ ਸਾਰੇ ਪਿੰਡ ਦੀਆਂ ਔਰਤਾਂ ਨੇ ਬੱਚਿਆਂ ਨੂੰ ਜਨਮ ਦੇਣਾ ਸ਼ੁਰੂ ਕਰ ਦਿੱਤਾ। ਇਹ ਇਤਫਾਕ ਸੀ ਕਿ ਪਿੰਡ ਦੀਆਂ ਸਾਰੀਆਂ ਔਰਤਾਂ ਨੇ ਪੁੱਤਰਾਂ ਨੂੰ ਜਨਮ ਦਿੱਤਾ। ਸੁੰਦਰੀ ਇਕੱਲੀ ਔਰਤ ਬਚੀ ਸੀ ਜੋ ਅਜੇ ਤੱਕ ਇਸ ਦਰਦ ਤੋਂ ਵਾਂਝੀ ਸੀ ਤੇ ਠਾਕੁਰ ਸ਼ੱਕਾ ਪਾ ਸੁੰਦਰੀ ਤੋਂ ਪੂਰੀ ਆਸ ਲੈ ਕੇ ਬੈਠਾ ਸੀ ਕਿ ਉਹ ਉਸ ਵਰਗੇ ਸੋਹਣੇ ਪੁੱਤਰ ਨੂੰ ਜਨਮ ਦੇਵੇਗੀ। ਆਖਰ ਉਹ ਦਿਨ ਆ ਗਿਆ ਜਦੋਂ ਸੁੰਦਰੀ ਨੂੰ ਜਣੇਪੇ ਦੀ ਪੀੜ ਸ਼ੁਰੂ ਹੋ ਗਈ। ਸਾਰੀਆਂ ਔਰਤਾਂ ਸ਼ਿਲੇ ਵਿੱਚ ਸਨ, ਇਸ ਲਈ ਕੋਈ ਵੀ ਔਰਤ ਉਸ ਦੇ ਕੋਲ ਨਹੀਂ ਆ ਸਕਦੀ ਸੀ। ਮਨੀਸ਼ ਦਾਈ ਨੂੰ ਬੁਲਾ ਲਿਆਇਆ ਤੇ ਕੁਝ ਸਮੇਂ ਬਾਅਦ ਸੁੰਦਰੀ ਨੇ ਬੇਟੀ ਨੂੰ ਜਨਮ ਦਿੱਤਾ। ਧੀ ਦੀ ਖਬਰ ਸੁਣਦਿਆਂ ਹੀ ਸਾਰੇ ਪਿੰਡ ਵਿੱਚ ਹਫੜਾ ਦਫੜੀ ਮਚ ਗਈ ਕਿਉਂਕਿ ਸ਼ੱਕਾ ਭਾ ਨੂੰ ਧੀ ਨਹੀਂ ਚਾਹੀਦੀ ਸੀ। ਉਹ ਲੜਕਿਆਂ ਵਿੱਚ ਦਿਲਚਸਪੀ ਰੱਖਦਾ ਸੀ। ਮਨੀਸ਼ ਤੇ ਸੁੰਦਰੀ ਦੋਵੇਂ ਬਹੁਤ ਖੁਸ਼ ਸਨ। ਉਹਨਾਂ ਦੀ ਧੀ ਬਹੁਤ ਸੁੰਦਰ ਸੀ, ਨੀਲੀਆਂ ਨੀਲੀਆਂ ਅੱਖਾਂ, ਮੋਟਾ ਸਰੀਰ। ਉਹਨਾਂ ਦੀ ਧੀ ਚੰਦ ਦਾ ਟੁਕੜਾ ਸੀ। ਮਨੀਸ਼, ਅਸੀਂ ਆਪਣੀ ਧੀ ਦਾ ਨਾਮ ਕਣੀ ਰੱਖਾਂਗੇ ਤੇ ਜਦੋਂ ਉਹ ਵੱਡੀ ਹੋਵੇਗੀ ਅਸੀਂ ਉਸ ਨੂੰ ਸ਼ਹਿਰ ਵਿੱਚ ਪੜ੍ਹਨ ਲਈ ਭੇਜਾਂਗੇ ਤੇ ਇਸ ਨੂੰ ਵਕੀਲ ਬਣਾਵਾਂਗੇ। ਫਿਰ ਉਹ ਲੌਂਡੇਬਾਜ਼ ਵਿੱਚ ਹੋਣ ਵਾਲੀ ਹਰ ਬੇਇਨਸਾਫੀ ਦੇ ਵਿਰੁੱਧ ਖੜੇਗੀ। ਓਏ ਬਾਬੂ ਜੀ, ਤੁਸੀਂ ਇੰਨਾ ਅੱਗੇ ਦੀ ਕਿਉਂ ਸੋਚ ਰਹੇ ਹੋ? ਹਜੇ ਤਾਂ ਬੇਟੀ ਨੂੰ 3 ਘੰਟੇ ਹੀ ਹੋਏ ਹਨ, ਸੁੰਦਰੀ ਨੇ ਹੱਸਦਿਆਂ ਕਿਹਾ। ਉਦੋਂ ਹੀ ਦਰਵਾਜ਼ੇ ਤੇ ਦਸਤਕ ਹੁੰਦੀ ਹੈ। ਮਨੀਸ਼ ਨੇ ਦਰਵਾਜ਼ਾ ਖੋਲ੍ਹਿਆ। ਬਾਹਰ ਸ਼ੱਕਾ ਪਾ ਖੜਾ ਸੀ। ਮਨੀਸ਼, ਨਮਸਤੇ ਠਾਕੁਰ ਜੀ, ਮੈਂ ਸੁਣਿਆ ਹੈ ਕਿ ਸੁੰਦਰੀ ਨੇ ਧੀ ਨੂੰ ਜਨਮ ਦਿੱਤਾ ਹੈ, ਸ਼ੱਕਾ ਭਾ ਨੇ ਘਰ ਵੜਦਿਆਂ ਕਿਹਾ। ਮਨੀਸ਼ ਬੋਲਿਆ, ਜੀ ਤੁਸੀਂ ਬਿਲਕੁਲ ਸਹੀ ਸੁਣਿਆ ਹੈ। ਹੁਣ ਰੱਬ ਦੇ ਅੱਗੇ ਕਿਸੇ ਦੀ ਚੱਲਦੀ ਹੈ। ਜੇ ਰੱਬ ਨੇ ਸਾਨੂੰ ਧੀ ਦਿੱਤੀ ਹੈ ਤਾਂ ਅਸੀਂ ਇਸ ਨੂੰ ਖੁਸ਼ੀ ਨਾਲ ਸਵੀਕਾਰ ਕਰਦੇ ਹਾਂ। ਸਾਰੇ ਪਿੰਡ ਦੀਆਂ ਔਰਤਾਂ ਨੇ ਪੁੱਤਰਾਂ ਨੂੰ ਜਨਮ ਦਿੱਤਾ ਹੈ, ਪਰ ਮੈਂ ਕਿਸੇ ਦੇ ਘਰ ਨਹੀਂ ਗਿਆ, ਪਰ ਮੈਂ ਆਪ ਹੀ ਤੁਹਾਡੇ ਬੂਹੇ ਤੇ ਆਇਆ ਹਾਂ, ਠਾਕੁਰ ਰੋਹਬ ਨਾਲ ਕਹਿੰਦਾ ਹੈ। ਮਨੀਸ਼ ਨੇ ਕਿਹਾ, ਅਸੀਂ ਤੁਹਾਡੇ ਦਰਸ਼ਨ ਕਰਕੇ ਧੰਨ ਹੋ ਗਏ ਹਾਂ। ਤੁਸੀਂ ਖੜੇ ਕਿਉਂ ਬੈਠੋ ਨਾ ਠਾਕੁਰ, ਮੈਂ ਇੱਥੇ ਬੈਠਣ ਨਹੀਂ ਆਇਆ, ਸਗੋਂ ਆਪਣੀ ਧੀ ਨੂੰ ਤੁਹਾਡੇ ਕੋਲੋਂ ਲੈਣ ਆਇਆ ਹਾਂ। ਨਹੀਂ ਸਰਕਾਰ, ਤੁਸੀਂ ਅਜਿਹਾ ਨਹੀਂ ਕਰ ਸਕਦੇ, ਸਾਡੇ ਤੋਂ ਸਾਡੀਆਂ ਖੁਸ਼ੀਆਂ ਨਾ ਖੋਹੋ, ਇਹ ਧੀ ਸਾਡੀ ਜ਼ਿੰਦਗੀ ਦਾ ਸਹਾਰਾ ਹੈ, ਮਨੀਸ਼ ਨੇ ਮਿੰਨਤ ਨਾਲ ਕਿਹਾ। ਠਾਕੁਰ ਬੋਲਿਆ, ਪਹਿਲੀ ਗੱਲ ਇਹ ਹੈ ਕਿ ਇਹ ਮੇਰਾ ਖੂਨ ਹੈ, ਮੈਂ ਇਸ ਦਾ ਪਿਤਾ ਹਾਂ, ਤੇ ਦੂਜੀ ਗੱਲ ਇਹ ਕਿ ਜਦੋਂ ਮੇਰੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਤਾਂ ਡਾਕਟਰ ਨੇ ਕਿਹਾ ਕਿ ਉਹ ਜ਼ਿੰਦਗੀ ਵਿੱਚ ਦੁਬਾਰਾ ਕਦੇ ਮਾਂ ਨਹੀਂ ਬਣੇਗੀ। ਅੱਜ ਸਾਡਾ ਬੇਟਾ 2 ਸਾਲ ਦਾ ਹੋ ਗਿਆ ਹੈ, ਪਰ ਉਹ ਦੁਬਾਰਾ ਮਾਂ ਬਣਨਾ ਚਾਹੁੰਦੀ ਹੈ, ਜੋ ਕਿ ਸੰਭਵ ਹੈ ਕਿਉਂਕਿ ਉਹ ਇੱਕ ਧੀ ਚਾਹੁੰਦੀ ਹੈ। ਇਸ ਲਈ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਮੈਂ ਤੁਹਾਡੀ ਧੀ ਤੋਹਫੇ ਵਜੋਂ ਦੇਵਾਂਗਾ। ਨਹੀਂ ਸਰਕਾਰ, ਤੁਸੀਂ ਅਜਿਹਾ ਕੁਝ ਨਹੀਂ ਕਰ ਸਕਦੇ, ਮਨੀਸ਼ ਨੇ ਰੋਂਦੇ ਹੋਏ ਕਿਹਾ। ਠਾਕੁਰ ਬੋਲਿਆ, ਓਏ ਸਾਡਾ ਬੀਜ, ਸਾਡੀ ਫਸਲ, ਤੁਸੀਂ ਬਿਨਾਂ ਵਜ੍ਹਾ ਮਾਲਕ ਕਿਉਂ ਬਣ ਰਹੇ ਹੋ? ਮਨੀਸ਼ ਨੇ ਗੁੱਸੇ ਨਾਲ, ਕਿਉਂਕਿ ਉਹ ਮੇਰੀ ਧੀ ਹੈ ਤੇ ਜੇ ਤੁਸੀਂ ਉਸ ਨੂੰ ਛੂਹੋਗੇ ਤਾਂ ਵੀ ਮੈਂ ਭੁੱਲ ਜਾਵਾਂਗਾ ਕਿ ਤੁਸੀਂ ਇੱਥੋਂ ਦੇ ਭਗਵਾਨ ਹੋ। ਸਾਲੇ 2 ਕੌਡੀ ਦੇ, ਤੇਰੀ ਇੰਨੀ ਹਿੰਮਤ ਤੂੰ ਠਾਕੁਰ ਨੂੰ ਚੇਤਾਵਨੀ ਦੇਵੇਂ, ਇਸ ਦੀ ਸਜ਼ਾ ਤੈਨੂੰ ਮਿਲੇਗੀ।
ਸ਼ੱਕਾ ਪਾ ਗਰਜਦੇ ਹੋਏ ਬੋਲਿਆ। ਮਨੀਸ਼ ਨੇ ਕਿਹਾ, ਜੋ ਮਰਜ਼ੀ ਕਰ ਲਵੋ, ਪਰ ਮੈਂ ਤੁਹਾਨੂੰ ਆਪਣੀ ਧੀ ਕਦੇ ਨਹੀਂ ਦੇਵਾਂਗਾ, ਭਾਵੇਂ ਇਸ ਲਈ ਮੈਨੂੰ ਆਪਣੀ ਜਾਨ ਕਿਉਂ ਨਾ ਦੇਣੀ ਪਵੇ। ਠਾਕੁਰ ਨੇ ਜੇਬ ਵਿੱਚੋਂ ਬੰਦੂਕ ਕੱਢ ਕੇ ਮਨੀਸ਼ ਦੇ ਸਿਰ ਤੇ ਰੱਖ ਕੇ ਕਿਹਾ, ਲੈ ਤੇਰੀ ਮੈਂ ਹੁਣੇ ਇੱਛਾ ਪੂਰੀ ਕਰ ਦਿੰਦਾ ਹਾਂ। ਨਹੀਂ ਸਰਕਾਰ, ਅਜਿਹੀ ਤਬਾਹੀ ਨਾ ਕਰੋ। ਜੇ ਧੀ ਚਾਹੀਦੀ ਹੈ ਤਾਂ ਲੈ ਜਾਵੋ, ਪਰ ਮੇਰੇ ਪਤੀ ਦੀ ਜਾਨ ਬਖਸ਼ ਦਿਓ। ਸੁੰਦਰੀ ਠਾਕੁਰ ਦੇ ਪੈਰਾਂ ਕੋਲ ਬੈਠ ਕੇ ਆਪਣੇ ਪਤੀ ਦੀ ਜਾਨ ਦੀ ਭੀਖ ਮੰਗ ਰਹੀ ਸੀ। ਠਾਕੁਰ ਹੱਸਦੇ ਹੋਏ ਬੋਲਿਆ, ਇਹ ਹੋਈ ਨਾ ਗੱਲ, ਤੁਹਾਡੇ ਲੋਕਾਂ ਦੀ ਜਗ੍ਹਾ ਮੇਰੇ ਪੈਰਾਂ ਵਿੱਚ ਹੈ। ਜੇਕਰ ਤੁਸੀਂ ਮੇਰੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ। ਇਹ ਗੱਲ ਆਪਣੇ ਪਤੀ ਨੂੰ ਚੰਗੀ ਤਰ੍ਹਾਂ ਸਮਝਾ ਦੇਵੋ। ਅੱਜ ਮੈਂ ਇਸ ਨੂੰ ਛੱਡ ਰਿਹਾ ਹਾਂ, ਪਰ ਹਰ ਵਾਰ ਅਜਿਹਾ ਨਹੀਂ ਹੋਵੇਗਾ। ਸੁੰਦਰੀ, ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਤੁਹਾਨੂੰ ਸਾਡੇ ਵੱਲੋਂ ਕੋਈ ਸ਼ਿਕਾਇਤ ਨਹੀਂ ਹੋਵੇਗੀ, ਹੋਰ ਹੋਣੀ ਵੀ ਨਹੀਂ ਚਾਹੀਦੀ ਹੈ। ਇਹ ਕਹਿ ਕੇ ਠਾਕੁਰ ਬੱਚੀ ਨੂੰ ਚੁੱਕ ਕੇ ਉੱਥੋਂ ਚਲਾ ਗਿਆ। ਸੁੰਦਰੀ ਤੇ ਮਨੀਸ਼ ਆਪਣੀ ਧੀ ਨੂੰ ਜਾਂਦਾ ਦੇਖ ਕੇ ਹੰਝੂ ਵਹਾ ਰਹੇ ਸਨ। ਉਹ ਹੋਰ ਕਰ ਵੀ ਕੀ ਸਕਦੇ ਸਨ। ਉਹ ਪੁਲਿਸ ਕੋਲ ਰਿਪੋਰਟ ਵੀ ਦਰਜ ਨਹੀਂ ਕਰਵਾ ਸਕਦੇ, ਕਿਉਂਕਿ ਪੁਲਿਸ ਖੁਦ ਠਾਕੁਰ ਕੋਲੋਂ ਡਰਦੀ ਸੀ। ਹੁਣ ਉਹਨਾਂ ਨੂੰ ਸਿਰਫ ਭਗਵਾਨ ਦਾ ਆਸਰਾ ਸੀ ਕਿ ਰੱਬ ਕੋਈ ਅਜਿਹਾ ਚਮਤਕਾਰ ਕਰ ਦੇਵੇ ਕਿ ਠਾਕੁਰਾਣੀ ਖੁਦ ਉਸ ਕੁੜੀ ਨੂੰ ਪਾਲਣ ਤੋਂ ਇਨਕਾਰ ਕਰ ਦੇਵੇ, ਤਾਂ ਸ਼ਾਇਦ ਸਾਡੀ ਧੀ ਸਾਡੇ ਕੋਲ ਵਾਪਸ ਪਹੁੰਚ ਸਕੇ। ਸ਼ਾਮ ਦਾ ਸਮਾਂ ਸੀ। ਠਾਕੁਰਾਣੀ ਆਪਣੇ ਵਿਹੜੇ ਵਿੱਚ ਖੜੀ ਸੀ, ਕਿਸੇ ਡੂੰਘੇ ਵਿਚਾਰ ਵਿੱਚ ਮਗਨ ਸੀ। ਤਾਂ ਫਿਰ ਠਾਕੁਰ ਬੱਚੀ ਨੂੰ ਲੈ ਕੇ ਉੱਥੇ ਆ ਜਾਂਦਾ ਹੈ। ਠਾਕੁਰਾਣੀ ਬੱਚੀ ਨੂੰ ਦੇਖ ਕੇ ਪੁੱਛਦੀ ਹੈ, ਕਿਸ ਦੀ ਬੱਚੀ ਹੈ, ਕਿੰਨੀ ਪਿਆਰੀ ਹੈ। ਠਾਕੁਰ, ਸ਼ੱਕਾ ਪਾ, ਇਹ ਸਾਡੀ ਧੀ ਹੈ। ਮੈਂ ਇਸ ਨੂੰ ਤੁਹਾਨੂੰ ਭੇਟ ਕਰਨ ਆਇਆ ਹਾਂ। ਇਹ ਬੱਚੀ ਤੁਹਾਡੀ ਜ਼ਿੰਦਗੀ ਦੇ ਅਧੂਰੇਪਨ ਨੂੰ ਦੂਰ ਕਰ ਦੇਵੇਗੀ। ਠਾਕੁਰੈਣ ਨੇ ਕਿਹਾ, ਪਰ ਇੱਕ ਮਾਂ ਆਪਣੇ ਨਵੇਂ ਬੱਚੇ ਨੂੰ ਇਸ ਤਰ੍ਹਾਂ ਕਿਵੇਂ ਦੇ ਸਕਦੀ ਹੈ। ਠਾਕੁਰ ਬੋਲਿਆ, ਤੁਸੀਂ ਠੀਕ ਕਹਿ ਰਹੇ ਹੋ। ਦੋਵੇਂ ਬਹੁਤ ਉੱਡ ਰਹੇ ਸਨ, ਪਰ ਮੈਂ ਵੀ ਇੱਕ ਝਟਕੇ ਵਿੱਚ ਉਹਨਾਂ ਦੇ ਖੰਭ ਕੱਟ ਦਿੱਤੇ ਤੇ ਮਨੀਸ਼ ਤੇ ਸੁੰਦਰੀ ਤੋਂ ਇਸ ਬੱਚੀ ਨੂੰ ਖੋਹ ਲਿਆ। ਠਾਕੁਰੈਣ ਨੇ ਕਿਹਾ, ਇਹ ਮੇਰੀ ਸੌਂਤਨ ਦੀ ਧੀ ਹੈ। ਹੁਣ ਤਾਂ ਮੈਂ ਇਸ ਕੁੜੀ ਨੂੰ ਜ਼ਰੂਰ ਰੱਖਾਂਗੀ। ਕੱਲ ਉਸਨੇ ਮੇਰੇ ਪਤੀ ਨੂੰ ਮੇਰੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਮੈਂ ਉਸਦੀ ਧੀ ਨੂੰ ਉਸ ਤੋਂ ਖੋਹ ਲਵਾਂਗੀ। ਉਸ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਸਾਡਾ ਆਪਣਾ ਸਾਡੇ ਤੋਂ ਦੂਰ ਹੁੰਦਾ ਹੈ ਤਾਂ ਕਿੰਨਾ ਦੁੱਖ ਹੁੰਦਾ ਹੈ। ਇਹ ਸੋਚ ਕੇ ਉਹ ਮਨ ਹੀ ਮਨ ਮੁਸਕਰਾ ਪਈ। ਠਾਕੁਰ ਬੋਲਿਆ, ਤੁਹਾਨੂੰ ਮੁਸਕਰਾਉਂਦੇ ਦੇਖ ਕੇ ਲੱਗਦਾ ਹੈ ਕਿ ਤੁਹਾਨੂੰ ਤੋਹਫਾ ਪਸੰਦ ਆਇਆ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਮੈਨੂੰ ਤੁਹਾਡੇ ਦੁਆਰਾ ਦਿੱਤਾ ਗਿਆ ਤੋਹਫਾ ਪਸੰਦ ਨਾ ਆਵੇ। ਠਾਕੁਰ ਸਾਹਿਬ,